ਹਿਰਦੇ ਨੂੰ ਘਰ ਤੋਂ ਤਿਆਰ ਕਰਕੇ ਲੈ ਜਾਇਆ ਕਰੀਏ ਤਾਂ ਕਿ ਪਰਮੇਸ਼ਵਰ ਦੇ ਵਚਨ ਨੂੰ ਅਸੀਂ ਸਮਝ ਦੇ ਵਿੱਚ ਪੂਰੀ ਤਰ੍ਹਾਂ ਸਾਮਰਥ ਕਰੀਏ। ਖੁਦਾ ਦਾ ਕਲਾਮ ਇੱਕ ਬੀਜ ਦੀ ਤਰ੍ਹਾਂ ਹੈ, ਜਦੋਂ ਹਿਰਦੇ 'ਚ ਬੋਇਆ ਜਾਂਦਾ ਇਹ ਨਿਸ਼ਫਲ ਨਹੀਂ ਰਹਿੰਦਾ ਕਦੇ ਵੀ। ਹਾਲੇਲੂਇਆ। ਇਹ ਕਦੇ ਵੀ ਨਿਸ਼ਫਲ ਨਹੀਂ ਰਹਿੰਦਾ, ਹਮੇਸ਼ਾ ਫਲ ਲੈ ਕੇ ਆਉਂਦਾ, ਹਮੇਸ਼ਾ ਇਹ ਫਲ ਲੈ ਕੇ ਆਉਂਦਾ। ਲੇਕਿਨ ਇਹਨੂੰ ਚਾਹੀਦਾ ਹੁੰਦਾ ਇੱਕ ਅੱਛੀ ਜ਼ਮੀਨ, ਹੈ ਨਾ। ਜਿੱਦਾਂ ਬਾਈਬਲ ਪ੍ਰਭੂ ਯਿਸੂ ਮਸੀਹ ਜ਼ਮੀਨ ਦੇ ਬਾਰੇ ਉਦਾਹਰਨਾਂ ਦਿੰਦੇ, ਆਪਾਂ ਬਹੁਤ ਵਾਰ ਪੜ੍ਹ ਚੁੱਕੇ ਨੇ ਇਸ ਚੀਜ਼ ਨੂੰ। ਪ੍ਰਭੂ ਯਿਸੂ ਮਸੀਹ ਜ਼ਮੀਨ ਦੇ ਬਾਰੇ ਉਦਾਹਰਨ ਦਿੰਦੇ ਕਿ ਅੱਛੀ ਜ਼ਮੀਨ ਜਿਹੜਾ ਬੋਇਆ ਗਿਆ ਉਹ ਫਲ ਲੈ ਕੇ ਆਇਆ, 100 ਗੁਣਾ ਫਲ ਲੈ ਕੇ ਆਇਆ। ਹਾਲੇਲੂਇਆ। ਆਪਣੇ ਹਿਰਦਿਆਂ ਦੀ ਅਸੀਂ ਚੌਕਸੀ ਖੁਦ ਕਰਨੀ ਹੈ ਔਰ ਆਪਣੇ ਹਿਰਦਿਆਂ ਨੂੰ ਅਸੀਂ ਤਿਆਰ ਕਰਨਾ ਹੈ ਪ੍ਰਭੂ ਦੇ ਕਲਾਮ ਨੂੰ ਸੁਣਨ ਲਈ, ਪ੍ਰਭੂ ਦੀ ਮਹਿਮਾ ਕਰਨ ਲਈ। ਹਾਲੇਲੂਇਆ। ਓਕੇ, ਆइए मैं कटिए परमेश्वर ਦੇ ਵਚਨ ਨੂੰ ਦੇਖਾਂਗੇ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚ। ਉਤਪਤੀ ਦੀ ਕਿਤਾਬ, ਉਤਪਤੀ ਉਸ ਦਾ 31 ਅਧਿਆਇ 31। उत्पत्ति की किताब उसका 31 अध्याय ऊंची आवाज में बोला गया हालेलुया। थोड़ा और ऊंची आवाज में बोल सकते हैं हालेलुया। ये देखिए 31 अध्याय उसका 22 वचन को देखिए, ध्यान देना। 31 अध्याय उसका 22 वचन। ओके, थोड़ी पहले स्टोरी समझनी है, ये तक नहीं पता था, मैं तो समझाना चाहता, सुनो ध्यान देना। बाइबल से क्या याकूब नाम का व्यक्ति ਜਿਹੜਾ ਅਬਰਾਹਮ ਇਸਹਾਕ ਦਾ ਕੀ ਸੀਗਾ, ਉਹ ਬੇਟਾ ਸੀ, ਹੈ ਨਾ। ਇਬਰਾਹਿਮ ਤੋਂ ਇਸਹਾਕ ਜੰਮਿਆ, ਇਸਹਾਕ ਤੋਂ याकूब ਜੰਮਿਆ, ਠੀਕ ਹੈ। ਧਿਆਨ ਦੇਈਏ, ਅਬਰਾਹਮ ਤੋਂ ਇਸਹਾਕ ਤੋਂ याकूब। ਇਹ याकूब ਦੀ ਅਸੀਂ ਘਟਨਾ ਸਮਝ ਰਹੇ ਹਾਂ ਔਰ ਜਿਹਨੇ ਆਪਣੇ ਭਰਾ ਦੇ ਜਿਹੜੇ ਅਹੁਦੇ ਨੂੰ ਇਹ ਨਹੀਂ ਕਰ ਲਿਆ ਸੀਗਾ, ਧੋਖੇ ਦੇ ਨਾਲ ਕਰ ਲਿਆ ਸੀ, ਲੈ ਲਿਆ ਸੀ। ਉਹਦੀਆਂ ਆਸ਼ੀਸ਼ਾਂ ਆਪਣੇ ਬਾਪ ਦੇ ਕੋਲੋਂ, ਇਸਹਾਕ ਦੇ ਕੋਲੋਂ ਧੋਖੇ ਨੇ ਕਰ ਲਈਆਂ, ਲੈ ਲਈਆਂ। ਔਰ ਵਚਨ ਦੱਸਦਾ ਕਿ ਉਹ ਫਿਰ ਭੱਜਿਆ, ਉਹਦੀ ਮੰਮੀ ਨੇ ਕਿਹਾ ਕਿ ਜਾ ਕੇ ਕਿਤੇ ਭੱਜਾ, ਲਾਬਾਨ ਦੇ ਕੋਲ ਚਲ ਜਾ, ਹੈਨਾ, ਆਪਣੇ ਨਾਨਕੇ ਚਲਾ ਜਾ। ਔਰ ਉੱਥੇ ਚਲਾ ਗਿਆ ਔਰ ਵਚਨ 'ਚ ਲਿਖਿਆ ਉੱਥੇ ਰਾਹੇਲ ਇੱਕ ਔਰਤ ਸੀ, ਇੱਕ ਲੜਕੀ ਸੀਗੀ ਜਿਹਦੇ ਨਾਲ ਉਹਦੀ ਪ੍ਰੀਤੀ ਵੱਧ ਗਈ, ਉਹਦੇ ਨਾਲ ਪਿਆਰ ਉਹਦਾ ਵੱਧ ਗਿਆ। ਔਰ ਵਚਨ 'ਚ ਲਿਖਿਆ ਕਿ ਉਹਨੇ ਉਹਦੇ ਨਾਲ ਜਦੋਂ ਮੈਰਿਜ ਕਰਨੀ ਚਾਹੀ ਤਾਂ ਲਾਬਾਨ ਚਲਾਕ ਸੀਗਾ ਕਾਫੀ, ਔਰ ਉਹਨੇ ਕੀਤਾ, ਉਹਨੂੰ ਕਿਹਾ ਤੂੰ 7 ਸਾਲ ਕੀ ਕਰ, ਤੂੰ ਮੇਰੀਆਂ ਭੇਡਾਂ ਬੱਕਰੀਆਂ ਚਰਾ, ਹਨਾ, 7 ਸਾਲ ਇੱਥੇ ਕੰਮ ਕਰ, 7 ਸਾਲ ਇੱਥੇ ਮਿਹਨਤ ਕਰ, ਤਾਂ ਤੇਰਾ ਮੈਂ ਕਰੂੰਗਾ, ਵਿਆਹ ਕਰੂੰਗਾ, ਤੇਰੀ ਸ਼ਾਦੀ ਕਰੂੰਗਾ। ਔਰ 7 ਸਾਲ ਜਦੋਂ ਪੂਰੇ ਹੋਏ ਤਾਂ ਬਾਅਦ ਦੇ ਵਿੱਚ ਵੀ ਉਹਨੇ ਧੋਖੇ ਦੇ ਨਾਲ ਆਪਣੀ ਬੜੀ ਬੇਟੀ ਜਿਹਦਾ ਨਾਮ ਲੀਆ ਸੀਗਾ ਉਹਨੂੰ ਵਿਆਹ ਦਿੱਤਾ, ਛੋਟੀ ਫੇਰ ਰੱਖ ਲਈ ਨਾ। ਧੋਖੇ ਨਾਲ ਜਦੋਂ ਵਿਆਹ ਦਾ ਬਾਅਦ ਕਹਿੰਦਾ ਫੇਰ 7 ਸਾਲ ਤੂੰ ਮੇਰੀ ਕਰ, ਤੂੰ ਸੇਵਾ ਕਰ, 7 ਸਾਲ ਮੇਰੀਆਂ ਫੇਰ ਭੇਡਾਂ ਬੱਕਰੀਆਂ ਚਰਾ, ਤੂੰ ਜੇ ਤੂੰ ਲੀਆ ਨੂੰ ਪਾਉਣਾ ਚਾਹੁੰਦਾ, ਕਿਉਂਕਿ ਉਹ ਤਾਂ ਵੱਡੀ ਸੀਗੀ, ਵੱਡੀ ਪਹਿਲਾਂ ਵਿਆਹੀ ਸੀਗੀ, ਇਸ ਕਰਕੇ ਤੇਰੇ ਨਾਲ ਪਹਿਲਾਂ ਵੱਡੀ ਪਈ ਆ। ਹੁਣ ਜੇ ਤੂੰ ਛੋਟੀ ਨੂੰ ਪਾਉਣਾ ਚਾਹੁੰਦਾ ਆ ਤਾਂ 7 ਸਾਲ ਹੋਰ ਇੱਥੇ ਹੀ ਕਰ, ਤੂੰ ਰਹਿ ਤੇ ਮੇਰੀ ਕਰ, ਤੂੰ ਸੇਵਾ ਕਰ, ਮੇਰੀਆਂ ਭੇਡਾਂ ਬੱਕਰੀਆਂ ਚਰਾ ਨਾ। ਔਰ ਉਹ ਚੀਜ਼ ਲਿਖਿਆ 7 ਸਾਲ ਹੋਰ ਉਹਨੇ ਸੇਵਾ ਕੀਤੀ, ਫਿਰ ਉਹਨੇ ਲੀਆ ਨੂੰ ਵਿਆਹਿਆ, ਰਾਹੇਲ ਨੂੰ ਵਿਆਹਿਆ ਜਿੰਨਾ ਪਿਆਰ ਕਰਦਾ ਸੀ ਉਹ। ਔਰ ਵਚਨ 'ਚ ਲਿਖਿਆ ਫੇਰ ਵੀ ਜਿਹੜਾ ਲਾਬਾਨ ਉਹਦਾ ਸਹੁਰਾ ਸੀਗਾ ਉਹਨੂੰ ਆਪਣੇ ਘਰੋਂ ਵਾਪਸ ਨਹੀਂ ਸੀ ਜਾਣ ਦਿੰਦਾ। ਕਿਉਂ? ਕਿਉਂਕਿ ਉਹਦੇ ਆਉਣ ਦੇ ਕਾਰਨ ਉਹਦੇ ਘਰ ਦੇ ਵਿੱਚ ਧਨ ਦੌਲਤ ਸੰਪਤੀ ਉਹਦੀ ਕੀ ਹੋ ਗਈ ਸੀ, ਵੱਧ ਗਈ ਸੀ। ਔਰ ਵਚਨ 'ਚ ਲਿਖਿਆ ਕਿ ਨਾ ਤਾਂ ਕਦੇ ਬੱਕਰੀਆਂ ਦੇ ਬੱਚੇ ਮਰੇ, ਨਾ ਉਹਨਾਂ ਦੇ ਕਦੇ ਬੱਕਰੀਆਂ ਦੇ ਕਿਸੇ ਢਿੱਡ ਦੇ ਵਿੱਚ ਉਹਨਾਂ ਦੀ ਕਿਸੇ ਸੰਤਾਨ ਇਸ ਤਰ੍ਹਾਂ ਦੀ ਨਾਸ਼ ਹੋਈ ਹੈ ਨਾ। ਔਰ ਨਾ ਉਹਦੀ ਕਦੇ ਫਸਲ ਘਟੀ ਆ, ਹਮੇਸ਼ਾ ਉਹਦੀ ਜ਼ਿੰਦਗੀ 'ਚ ਵਾਧਾ ਹੀ ਹੁੰਦਾ ਗਿਆ। ਉਹਨੂੰ ਪਤਾ ਲੱਗ ਗਿਆ ਕਿ ਯਾਕੂਬ ਦੇ ਮੇਰੇ ਘਰ ਦੇ ਵਿੱਚ ਆਉਣ ਦੇ ਕਾਰਨ ਕੀ ਹੋ ਗਿਆ, ਆਸ਼ੀਸ਼ਾਂ ਬਰਕਤਾਂ ਆ ਗਈਆਂ। ਹਾਲੇਲੂਇਆ। ਯਾਕੂਬ ਦੇ ਮੇਰੇ ਘਰ ਦੇ ਵਿੱਚ ਆਉਣ ਦੇ ਨਾਲ ਕੀ ਹੋ ਗਿਆ, ਆਸ਼ੀਸ਼ਾਂ ਆ ਗਈਆਂ, ਬਰਕਤਾਂ ਆ ਗਈਆਂ, ਹਨਾ, ਆਸ਼ੀਸ਼ਾਂ ਆ ਗਈਆਂ ਤੇ ਬਰਕਤਾਂ ਆ ਗਈਆਂ। ਔਰ ਵਚਨ 'ਚ ਲਿਖਿਆ ਫਿਰ ਉਹ ਜਾਣ ਨਹੀਂ ਸੀ ਦਿੰਦਾ, ਬਾਰ-ਬਾਰ ਉਹ ਕਹਿ ਰਿਹਾ ਕਿ ਮੈਨੂੰ ਜਾਣ ਦੇ ਔਰ ਨਹੀਂ ਜਾਣ ਦਿੰਦਾ ਸੀ। ਔਰ ਸੁਣੋ ਧਿਆਨ ਦੇ ਨਾਲ, ਜਦੋਂ ਉੱਥੋਂ ਦੇਖਿਆ ਕਿ ਲਾਬਾਨ ਜਿਹੜਾ ਆਪਣੇ ਘਰ ਦੇ ਵਿੱਚ ਨਹੀਂ ਆ, ਤਾਂ ਜਿਹੜਾ ਯਾਕੂਬ ਸੀਗਾ ਉਹ ਆਪਣੀ ਦੋਨਾਂ ਪਤਨੀਆਂ ਨੂੰ ਲੈ ਕੇ ਆਪਣੀ ਜਿਹੜੀ ਸੰਪਤੀ ਜਿਹੜੀ ਪਿੱਛੇ ਉਹਨੇ ਕੰਮ ਕੀਤਾ ਸੀ, ਉਹਦੀ ਉਹਨੇ ਜੋੜੀ ਹੋਈ ਸੀ ਸੰਪਤੀ, ਜਿਹੜੀ ਉਹਦੇ ਵਾਅਦਿਆਂ ਦੇ ਅਨੁਸਾਰ ਉਹਨੂੰ ਮਿਲੀ ਹੋਈ ਸੀਗੀ, ਉਹ ਹੀ ਕੀਤੀ। ਉੱਥੋਂ ਨਾਲ ਲੈ ਕੇ ਕੀ ਹੋ ਗਿਆ, ਉੱਥੋਂ ਦੌੜ ਗਿਆ, ਭੱਜ ਗਿਆ। ਹਾਲੇਲੂਇਆ। ਔਰ ਭੱਜ ਗਿਆ, ਜਦੋਂ ਭੱਜਿਆ ਉਹ ਤੋਂ ਅਗਲੀ ਘਟਨਾ ਹੁਣ ਆਪਾਂ ਦੇਖਦੇ ਹਾਂ। ਤੋਂ ਅਗਲਾ ਜਿਹੜਾ ਵਚਨ ਅਸੀਂ ਇੱਥੇ ਦੇਖਦੇ ਹਾਂ, ਸਮਝਦੇ ਪੜ੍ਹਦੇ ਹਾਂ। ਹਾਂਜੀ ਦੇਖੀ ਧਿਆਨ ਦੇ ਨਾਲ, ਕੀ ਲਿਖਿਆ, ਤੀਜੇ ਦਿਨ ਲਾਬਾਨ को समाचार मिला। ਤੀਜੇ ਦਿਨ ਲਾਬਾਨ ਮਤਲਬ ਯਾਕੂਬ ਦੇ ਸਹੁਰੇ ਨੂੰ ਇਹ ਗੱਲ समाचार ਦੇ ਥਰੂ ਮਿਲੀ, ਉਹਨੂੰ ਪਤਾ ਲੱਗਿਆ ਹਾਂਜੀ
कि याकूब क्या हो गया, भज गया, याकूब भज गया। हाँ जी अगे, इसलिए उसने अपने हाँ जी, भाइयों को साथ लेकर हाँ जी, उसका 7 दिन तक पीछा किया। इसलिए उन्हें अपने भाइयों ਨੂੰ ਨਾਲ ਲੈ ਕੇ ਉਹਦਾ ਕਿੰਨੇ ਦਿਨ ਤੱਕ, 7 ਦਿਨਾਂ ਤੱਕ ਉਹਦਾ ਕੀ ਕੀਤਾ, ਪਿੱਛਾ ਕੀਤਾ, ਉਹਨੂੰ ਲੱਭਿਆ ਤੇ ਕਿੱਥੇ ਗਿਆ ਯਾਕੂਬ ਨਾ, ਭੱਜਿਆ ਕਿੱਧਰ ਨੂੰ, 7 ਦਿਨਾਂ ਤੱਕ ਕੀ ਕੀਤਾ ਉਹਨੇ, ਉਹਨਾਂ ਨੂੰ ਲੱਭਿਆ। ਹਾਂਜੀ ਅੱਗੇ ਦੇਖੀਏ, और गिलाद के पहाड़ी देश में उसको जा पकड़ा। ਬਾਈਬਲ 'ਚ ਲਿਖਿਆ ਗਿਲਾਦ ਨਾਮ ਦੇ ਪਹਾੜੀ ਦੇਸ਼ 'ਚ ਉਹਨੂੰ ਫੜਿਆ। ਹਾਂਜੀ, परंतु परमेश्वर ने रात के स्वप्न में अरामी अलाब के पास लाबान के पास आकर कहा। ਹੁਣ ਸੁਣੋ, ਬਾਈਬਲ 'ਚ ਲਿਖਿਆ ਕਹਿੰਦਾ परंतु परमेश्वर ने रात के स्वप्न में अरामी लाबान के पास आकर कहा, सावधान रह, तू याकूब से ना तो भला कहना और ना बुरा कहना। ਜਿਹੜਾ ਯਾਕੂਬ ਦਾ ਪਰਮੇਸ਼ਵਰ ਸੀਗਾ, ਉਹਨੇ ਲਾਬਾਨ ਦੇ ਸੁਪਨੇ ਜਾ ਕੇ ਲਾਬਾਨ ਨੂੰ ਕੀ ਕਿਹਾ, ਕਹਿੰਦਾ ਦੇਖ ਸਾਵਧਾਨ ਰਹੀਂ, ਚੌਕੰਨਾ ਰਹੀਂ, ਨਾ ਤਾਂ ਤੂੰ ਯਾਕੂਬ ਨੂੰ ਭਲਾ ਕਹੀਂ, ਨਾ ਤੂੰ ਉਹਨੂੰ ਬੁਰਾ ਕਹੀਂ। ਔਰ ਵਚਨ 'ਚ ਲਿਖਿਆ ਜਦੋਂ ਉਹਨੇ ਅੱਗੇ ਦੇਖਿਆ, ਹਾਂਜੀ ਕੀ ਪੜ੍ਹੀਏ, और लाबान याकूब के पास पहुंच गया। याकूब अपना तंबू गिलाद नामक पहाड़ी देश में खड़ा किए पड़ा था, और लाबान ने भी अपने भाइयों के साथ अपना तंबू उसी पहाड़ी देश में खड़ा किया। तब लाबान याकूब से कहने लगा, तूने ये क्या किया कि मेरे पास से चोरी से चला आया। ਬਾਈਬਲ 'ਚ ਲਿਖਿਆ ਕਹਿੰਦਾ ਤੂੰ ਕੀ ਕੀਤਾ, ਤੂੰ ਮੇਰੇ ਕੋਲ ਚੋਰੀ ਨਾਲ ਨਿਕਲਿਆ ਹੈ ਨਾ, ਮੇਰੇ ਤੋਂ ਤੂੰ ਚੋਰੀ ਨਿਕਲਿਆ ਹੈ, ਕੀ ਕੀਤਾ ਤੈਂ। ਕਮ ਸੇ 7 ਸਾਲ ਕਿੰਨੇ ਹੁੰਦੇ ਆ, ਹਾਂਜੀ, ਪਹਿਲਾਂ 7 ਸਾਲ ਸੇਵਾ ਕੀਤੀ ਕਿਹਦੇ ਲਈ, ਰਾਹੇਲ ਨੇ, ਨੂੰ ਕੀ ਮਿਲ ਗਿਆ, ਲਿਆ ਹਨਾ, ਉਹਨੂੰ ਵੱਡੀ ਜਿਹੜੀ ਉਹਦੀ ਭੈਣ ਸੀ ਰਾਹੇਲ ਦੀ, ਉਹ ਉਹਨੂੰ ਮਿਲ ਗਈ। ਔਰ ਵਚਨ 'ਚ ਲਿਖਿਆ ਫਿਰ 7 ਸਾਲ ਉਹਨੂੰ ਸੇਵਾ ਕਰਨੀ ਪਈ। ਫਿਰ ਰਾਹੇਲ ਜਿਹਨੂੰ ਪਿਆਰ ਕਰਦਾ ਸੀਗਾ, ਲੇਕਿਨ ਫਿਰ ਵੀ ਲਾਬਾਨ ਉਹਨੂੰ ਜਾਣ ਨਹੀਂ ਸੀ ਦਿੰਦਾ। 14 ਸਾਲ ਤੋਂ ਬਾਅਦ 6 ਸਾਲ ਉਹਨੇ ਫਿਰ ਵੀ ਉਹਨੂੰ ਸੇਵਾ ਕਰਾਈ, 6 ਸਾਲ ਉਹਨੇ ਫਿਰ ਵੀ ਉੱਧਰ ਕਰਾਈ, ਸੇਵਾ ਕਰਾਈ, ਉਹਨੂੰ ਜਾਣ ਨਹੀਂ ਸੀ ਦਿੰਦਾ। ਲਾਬਾਨ ਉਹਨੂੰ ਜਾਣ ਨਹੀਂ ਸੀ ਦਿੰਦਾ, ਕਿਉਂ, ਕਿਉਂਕਿ ਪਤਾ ਸੀ ਕਿ ਇਹਦੇ ਕਾਰਨ ਮੇਰੀ ਸੰਪਤੀ ਵਧ ਰਹੀ ਹੈ, ਇਹਦੇ ਕਾਰਨ ਮੇਰੇ ਘਰ 'ਚ ਪਰਮੇਸ਼ਰ ਦੀਆਂ ਆਸ਼ੀਸ਼ਾਂ ਆ ਰਹੀਆਂ ਨੇ। ਹਾਲੇਲੂਇਆ, ਉੱਚੀ ਆਵਾਜ਼ ਨਾਲ ਬੋਲਾਂਗੇ ਹਾਲੇਲੂਇਆ। ਓਕੇ, ਸਮਝੋ ਧਿਆਨ ਨਾਲ, ਅੱਗੇ ਪੜਾਂਗੇ। ਹਾਂਜੀ, और मेरी बेटियों को ऐसा ले आया मानो तलवार के बल से बंदी बनाई गई। तो तू क्यों चुपके से भाग आया और मुझसे बिना कुछ कहे मेरे पास से चोरी से चला आया। नहीं तो मैं तुझे आनंद के साथ सुगंध और वीणा बजाते और गीत गवाते विदा कराता। ਬਾਈਬਲ 'ਚ ਲਿਖਿਆ ਕਹਿੰਦਾ ਤੂੰ ਕਿਉਂ ਏਦਾਂ ਕੀਤੀ, ਕਹਿੰਦਾ ਮੇਰੀਆਂ ਕੁੜੀਆਂ ਨੂੰ ਨਾਲ ਲੈ ਆਏ, ਏਦਾਂ ਲੈ ਕੇ ਜਿੱਦਾਂ ਡਾਕੂ ਕਰਕੇ ਲੈ ਆਏ, ਤਲਵਾਰ ਦੀ ਨੋਕ ਤੇ ਲੈ ਕੇ ਆਉਂਦੇ ਹੁੰਦੇ ਆ ਨਾ। ਕਹਿੰਦਾ ਤੂੰ ਸਭ ਦੱਸਦਾ ਸੀ ਮੈਨੂੰ, ਕਹਿੰਦਾ ਮੈਂ ਤੈਨੂੰ ਕੀ ਦੱਸਦਾ, ਕੀ ਕਰਦਾ, ਬਾਜੇ ਵਜਾ ਕੇ ਤੈਨੂੰ ਮੈਂ ਕਰਦਾ, ਤੋੜਦਾ, ਅਲਵਿਦਾ ਕਰਦਾ, ਲੇਕਿਨ ਜਾਣ ਤਾਂ ਦਿੰਦਾ ਹੀ ਨਹੀਂ ਸੀ, ਜਾਣ ਤਾਂ ਉਹ ਦਿੰਦਾ ਨਹੀਂ ਸੀ, ਝੂਠ ਬੋਲਦਾ ਪਿਆ। ਕਿ ਕਹਿੰਦਾ ਮੈਂ ਤੈਨੂੰ ਬਾਜੇ ਵਜਾ ਕੇ, ਤੁਰੀਆਂ ਵਜਾ ਕੇ, ਮੈਂ ਤੈਨੂੰ ਵੀਣਾ, ਮਤਲਬ ਕੀ ਕਹਿੰਦੇ ਇਹਨੂੰ, ਸਾਜ਼ ਵਜਾ ਕੇ ਤੈਨੂੰ ਨਹੀਂ ਕਰਦਾ, ਵਿਦਾ ਕਰਦਾ, ਤੈਨੂੰ ਤੋੜਦਾ, ਤੈਨੂੰ ਮੈਂ ਨਾ ਮੇਰੀਆਂ ਕੁੜੀਆਂ ਨੂੰ ਨਾਲ ਲੈ ਕੇ ਗਿਆ, ਜਿਹੜਾ ਤਲਵਾਰ ਡਾਕੂ ਵਾਂਗੂ ਚੋਰ ਵਾਂਗੂ ਮੇਰੇ ਕੋਲ ਨੱਠ ਗਿਆ। ਔਰ ਇੱਥੇ ਝੂਠ ਬੋਲਦਾ ਪਿਆ। ਹਾਂਜੀ ਅੱਗੇ ਦੇਖੀਏ, तूने तो मुझे अपने बेटे बेटियों को चूमने तक न दिया। ਕਹਿੰਦਾ ਤੈਂ ਤਾਂ ਮੈਨੂੰ ਆਪਣੀਆਂ ਬੇਟੀਆਂ ਨੂੰ ਚੁੰਮਣ ਵੀ ਨਹੀਂ ਦਿੱਤਾ, ਲਾਸਟ ਵੇਲੇ ਜਾਣ ਵੇਲੇ ਉਹਨੂੰ ਅਲਵਿਦਾ ਵੀ ਨਹੀਂ ਕਹਿਣ ਦਿੱਤਾ ਨਾ, ਤੂੰ ਚੋਰੀ ਨਿਕਲਿਆ। ਹਾਂਜੀ ਅੱਗੇ, तूने मूर्खता की है। तुम लोगों की हानि करने की शक्ति मेरे हाथ में तो है, पर तुम्हारे पिता के परमेश्वर ने मुझसे बीती हुई रात में कहा, सावधान रह, याकूब से ना तो भला कहना और ना बुरा। ਹਾਲੇਲੂਇਆ। ਕੀ ਲਿਖਿਆ, ਕਹਿੰਦਾ ਮੇਰੇ ਕੋਲ ਤੁਹਾਡੀ ਹਾਨੀ ਕਰਨ ਦੇ ਲਈ, ਤੁਹਾਨੂੰ ਘਾਤ ਕਰਨ ਦੇ ਲਈ, ਤੁਹਾਨੂੰ ਮਾਰਨ ਦੇ ਲਈ ਸ਼ਕਤੀ ਹੈ, ਬਲ ਹੈ, ਲੇਕਿਨ ਤੁਹਾਡੇ ਤੇਰੇ ਪਿਤਾ ਦੇ ਪਰਮੇਸ਼ਵਰ ਨੇ, ਕੀ ਲਿਖਿਆ ਇੱਥੇ, ਤੇਰੇ, ਕੀ ਲਿਖਿਆ, ਤੇਰੇ ਪਿਤਾ ਦੇ ਪਰਮੇਸ਼ਵਰ ਨੇ ਕੀਤਾ, ਮੇਰੇ ਸੁਪਨੇ 'ਚ ਆਇਆ ਔਰ ਮੈਨੂੰ ਉਹਨੇ ਕਿਹਾ, ਕਹਿੰਦਾ ਸਾਵਧਾਨ ਰਹਿ, ਨਾ ਤਾਂ ਤੂੰ ਯਾਕੂਬ ਨੂੰ ਬੁਰਾ ਕਹੀਂ, ਨਾ ਉਹਨੂੰ ਕਦੇ ਭਲਾ ਕਹੀਂ। ਕਹਿੰਦਾ ਮੈਨੂੰ ਤੇਰੇ ਜਿਹੜੇ ਡੈਡੀ ਆ, ਉਹਦੇ ਜਿਹੜੇ ਪਰਮੇਸ਼ਵਰ ਨੇ ਮੈਨੂੰ ਪਹਿਲੇ ਸੁਪਨੇ ਡਾਂਟਿਆ ਕਿ ਤੂੰ ਨਾ ਉਹਨੂੰ ਭਲਾ ਕਹੀਂ, ਨਾ ਉਹਨੂੰ ਬੁਰਾ ਕਹੀਂ। ਉਹਨੂੰ ਇਹ ਨਹੀਂ ਕਹਿ ਰਿਹਾ ਕਿ ਤੇਰੇ ਪਰਮੇਸ਼ਵਰ ਨੇ, ਨਹੀਂ ਕਹਿ ਰਿਹਾ ਕਿ ਤੇਰੇ ਬਾਪ ਦੇ ਪਰਮੇਸ਼ਵਰ ਨੇ ਕੀ ਕੀਤਾ, ਮੈਨੂੰ ਸੁਪਨੇ 'ਚ ਡਾਂਟਿਆ। ਹਾਲੇਲੂਇਆ, ਹਾਲੇਲੂਇਆ। ਸੁਣੋ ਧਿਆਨ ਨਾਲ,
ਅੱਗੇ ਅਸੀਂ ਜਦੋਂ ਦੇਖਦੇ ਹਾਂ ਬਾਈਬਲ ਦੇ ਵਿੱਚ ਇਹ ਜਦੋਂ ਕਹਿੰਦਾ ਤੁਸੀਂ ਚਲੋ ਠੀਕ ਹੈ ਸਭ ਕੁਝ ਲੈ ਆਏ, ਮੇਰੀਆਂ ਬੇਟੀਆਂ ਤੂੰ ਲੈ ਆ, ਲੇਕਿਨ ਮੇਰੇ ਗ੍ਰਹਿ ਦੇਵਤਾ ਜਿਹੜੀ ਮੇਰੀਆਂ ਮੂਰਤਾਂ ਸੀਗੀਆਂ, ਮੇਰੇ ਦੇਵਤੇ ਸੀਗੇ, ਤੂੰ ਉਹਨਾਂ ਨੂੰ ਵੀ ਚੱਕ ਕੇ ਲੈ ਆਇਆ। ਕਹਿੰਦਾ ਮੇਰੇ ਕੋਲ तेरे देवते नहीं सीगे। और 32 वचन में लिखा कहना जिसके पास तू अपने देवताओं को पाए वह जीवित ना बचेगा। मेरे पास तेरा जो कुछ निकले उसे भाई बंधुओं के सामने पहचान कर ले ले, क्योंकि याकूब ना जानता था कि राहेल गृह देवताओं को चुरा ले आई है ना। राहेल ਉਹਦੀ ਪਤਨੀ ਜਿਹੜੀ ਸੀਗੀ ਆਪਣੇ ਬਾਪ ਦੇ ਘਰ ਚੋਂ ਕੀ ਚੱਕ ਕੇ ਲਈ, ਕੀ ਲੈ ਗਈ? ਉਹਨਾਂ ਦੇ ਦੇਵਤੇ, ਉਹਨਾਂ ਦੀਆਂ ਮੂਰਤਾਂ ਚੱਕ ਕੇ, ਆਪਣੇ ਡੈਡੀ ਦੀਆਂ ਮੂਰਤਾਂ ਚੱਕ ਕੇ ਲੈ ਆਈ, ਜਿਨ੍ਹਾਂ ਨੂੰ ਪੂਜਦਾ ਸੀ ਉਹ ਕਹਿੰਦਾ ਤੁਸੀਂ ਚਲੋ ਠੀਕ ਹੈ ਲੈ ਤਾਂ ਜੋ ਕੁਝ ਠੀਕ ਹੈ, ਮੇਰੇ ਗ੍ਰਹਿ ਦੇਵਤਾ ਘਰ ਚੱਕ ਕੇ ਲੈ ਤੁਸੀਂ, ਮੇਰੇ ਤੁਸੀਂ ਦੇਵਤੇ ਚੱਕ ਕੇ ਲੈ ਤੁਸੀਂ ਮੇਰੇ ਕੋਲ ਨਾ। ਔਰ ਉਹ ਕਹਿੰਦਾ ਜਿਹਦੇ ਕੋਲ ਤੇਰੇ ਦੇਵਤੇ ਨਿਕਲਣ ਉਹ ਕੀ ਹੋ ਜਾਵੇ, ਮਰ ਜੇ। ਪਰ ਅਸੀਂ ਤਾਂ ਨਹੀਂ ਚੁੱਕੇ, ਮੈਂ ਆਪਣੀ ਸੰਪत्ति ਲੈ ਕੇ ਆਇਆ ਜਿਹੜੀ ਮੈਂ ਇੰਨਾ ਟਾਈਮ ਤੇਰੀ ਸੇਵਾ ਕੀਤੀ ਆ, ਔਰ ਜਿਹੜੀ ਤੂੰ ਮੈਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਸੰਪत्ति ਲੈ ਕੇ ਆਇਆ। ਉਹ ਤੋਂ ਇਲਾਵਾ ਤੇਰੇ ਨਾਲ ਹੋਰ ਕੋਈ ਗ੍ਰਹਿ ਦੇਵਤਾ ਜਿਹਦੇ ਕੋਲ ਨਿਕਲ ਗਿਆ ਉਹ ਕਹਿੰਦਾ ਕੀ ਹੋਵੇਗਾ, ਜੀਵਿਤ ਨਾ ਬਚੇਗਾ। ਤੁਹਾਨੂੰ ਪਤਾ ਜਦੋਂ ਇਹ ਯਾਕੂਬ ਨੇ ਮੂੰਹ ਦੇ ਵਿੱਚੋਂ ਗੱਲ ਬੋਲ ਦਿੱਤੀ ਸੀ, ਅੱਗੇ ਜਾ ਕੇ ਰਾਹੇਲ ਮਰ ਗਈ ਸੀ, ਕਿਉਂਕਿ ਰਾਹੇਲ ਨੇ ਇਸ ਸਮੇਂ ਜਦੋਂ ਅੱਗੇ ਅਸੀਂ ਪੜ੍ਹਦੇ ਹਾਂ 32 ਵਚਨ ਦੇ ਕਹਿੰਦਾ ਯਹ ਸੁਣकर लाबान 33 वचन दे 33 में लिखा कहना यह सुनकर लाबान याकूब और लिया और दोनों दासियों के तंबुओं में गया और कुछ ना मिला। तब लिया के तंबू में से निकलकर राहेल के तंबू में गया। राहेल तो गृह देवताओं को ऊंट की काठी में रख के उन पर बैठी थी। लाबान ने उसके सारे तंबू में टटोलने पर भी उन्हें ना पाया। राहेल ने अपने पिता से कहा, हे मेरे पिता, इससे अप्रसन्न ना हो कि मैं तेरे सामने नहीं उठी, क्योंकि मैं मासिक धर्म से हूं। अत उसे ढूंढने पर भी गृह देवता उसको ना मिले। ਹੁਣ ਬੱਚੇ ਚ ਲਿਖਿਆ ਕਹਿੰਦੇ ਉਹਨੇ ਊਂਟ ਦੀ ਕਾਠੀਆਂ ਦੇ ਥੱਲੇ ਲੁਕੋ ਕੇ ਉਹਦੇ ਉੱਪਰ ਆਪ ਰਾਹੇਲ ਬੈਠ ਗਈ, ਦੇਵਤਿਆਂ ਦੇ ਉੱਪਰ ਨਾ ਉਹਦੇ, ਔਰ ਉਹਨੂੰ ਕਹਿੰਦੀ ਪਿਤਾ ਕਹਿੰਦੀ ਤੂੰ ਇਹ ਇਸ ਗੱਲ ਤੋਂ ਅਪਰਸੰਨ ਨਾ ਹੋਈ, ਮੈਂ ਤੇਰੀ ਗੱਲ ਮੰਨ ਕੇ ਇੱਥੋਂ ਨਹੀਂ ਉੱਠੀ, ਕਹਿੰਦੀ ਮੈਂ ਪ੍ਰੋਬਲਮ ਦੇ ਵਿੱਚ ਆ, ਹਨਾ ਮੈਂ ਪ੍ਰੋਬਲਮ ਦੇ ਵਿੱਚ ਆ, ਕਹਿੰਦੀ ਇਸ ਕਰਕੇ ਤੂੰ ਗੁੱਸਾ ਨਾ ਮੰਨੀ ਜਾਂ ਕਿਸੇ ਤਰ੍ਹਾਂ ਦੇ ਨਾਲ ਮੇਰੇ ਤੋਂ ਨਾ ਕੁਛ ਨਾ ਹੋਈ। ਔਰ ਉਹਨੇ ਲੁਕੋ ਕੇ ਰੱਖੇ ਸੀ ਗ੍ਰਹਿ ਦੇਵਤਾ। ਅੱਗੇ ਜਦੋਂ ਦੇਖਦੇ ਜਾ ਕੇ ਇਹੀ ਰਾਹੇਲ ਜਿਹੜੀ ਸੀਗੀ ਅੱਗੇ ਕੀ ਹੋ ਗਈ ਸੀਗੀ, ਪਰ ਮੇਰੇ ਇਹ ਟੌਪਿਕ ਨਹੀਂ ਆ। ਅੱਗੇ ਬਾਈਬਲ 'ਚ ਲਿਖਿਆ ਹੈ ਪਰਮੇਸ਼ਰ ਦਾ ਵਚਨ ਕਹਿੰਦਾ, ਦੇਖੋ ਧਿਆਨ ਦੇ ਨਾਲ 35 ਵਚਨ ਲਿਖਿਆ ਕਹਿੰਦਾ ਰਾਹੇਲ ਨੇ, बड़ी ध्यान देना, राहेल ने अपने पिता से कहा, हे मेरे प्रभु, इससे प्रसन्न ना हो। 36 वचन थे। तब याकूब क्रोधित होकर लाबान से झगड़ने लगा। तब याकूब क्रोधित हो गए, गुस्से हो गए, लाबान के नाल झगड़ने लग गया और कहा, मेरा क्या अपराध है? कहता मेरा की कसूर है, मेरा कसूर दस। हाँ जी, मेरा क्या बात है कि तूने इतना क्रोधित होकर मेरा पीछा किया है? तूने जो मेरी सारी सामग्री को टटोल कर देखा, तो तुझको अपने घर की सारी सामग्री में से क्या मिला? कहता तू मेरा सारा समान जिन्ना मैं लेके सी सारे नु कल्ले कल्ले नु फ्लोर मारे, तेनु तेरे घर दी चीज केड़ी मिली जेड़ी तेरी सी? कोई नहीं मिली ना। कहता कल्ली कल्ली चीज तू छांट मारी। हां जी, अगे कुछ मिला हो तो उसको यहाँ अपने और मेरे भाइयों के सामने रख दे। जे कुछ तेनु मिलिया ਤਾਂ ਉਹ ਚੀਜ਼ ਸਾਡੇ ਸਾਹਮਣੇ ਲਿਆ ਕੇ ਰੱਖ ਜਿਹੜੀ ਤੇਰੀ ਹੈ, ਜਿਹੜੀ ਤੇਰੀ ਚੀਜ਼ ਹੈ, ਤੈਨੂੰ ਕੋਈ ਮਿਲੀ ਹੈ ਤੂੰ ਮੇਰੇ ਸਾਹਮਣੇ ਲਿਆ ਕੇ ਰੱਖ। ਹਾਂਜੀ ਅੱਗੇ और वे हम दोनों के बीच न्याय करें। ਔਰ ਫਿਰ ਉਹ ਚੀਜ਼ਾਂ ਤੁਹਾਡੇ ਤੇ ਮੇਰੇ ਵਿੱਚ ਕੀ ਕਰਨ, ਨਿਆਂ ਕਰਨ ਕਿ ਅਸੀਂ ਤੇਰੀ ਚੀਜ਼ਾਂ ਨੂੰ ਚੁਰਾਇਆ। ਕੋਈ ਤੇਰੀ ਚੀਜ਼ ਚੁਰਾਈ ਨਹੀਂ ਗਈ। ਹਾਲੇਲੂਇਆ। ਹਾਂਜੀ ਅੱਗੇ इन 20 वर्ष तक, ਹੁਣ सुनो ध्यान ਨਾਲ ਕੀ ਕਹਿੰਦਾ, इन 20 वर्ष ਇਹਨਾਂ 20 ਸਾਲਾਂ ਤੱਕ मैं तेरे पास रहा। ਮੈਂ ਤੇਰੇ ਕੋਲ ਰਿਹਾ, इनमें ना तो तेरी भेड़ बकरियों के गर्भ गिरे, ਜਦ ਤੱਕ ਮੈਂ ਤੇਰੇ ਕੋਲ ਰਿਹਾ ਨਾ ਤਾਂ ਤੇਰੀਆਂ ਭੇਡਾਂ ਨਾ ਤੇਰੀਆਂ ਬੱਕਰੀਆਂ ਦੇ ਕਿਤੇ ਬੱਚੇ ਢਿੱਡ ਦੇ ਵਿੱਚ ਮਰੇ ਆ। और ना तेरे भेड़ों का मांस मैंने कभी खाया, ਹਾਂਜੀ, जिसे बनेले जंतुओं ने फाड़ डाला। ਔਰ ਨਾ ਹੀ ਕਹਿੰਦਾ ਮੈਂ ਤੇਰੇ ਉਹਨਾਂ ਭੇਡਾਂ ਉਹਨਾਂ ਬੱਕਰੀ ਦਾ ਮਾंस ਖਾਦਾ ਜਿਨ੍ਹਾਂ ਨੂੰ ਬਨੇਲੇ ਪਸ਼ੂ ਮਤਲਬ ਜੰਗਲੀ ਜਾਨਵਰਾਂ ਨੇ ਮਾਰਿਆ ਹੋਗਾ, ਉਹਨਾਂ ਨੂੰ ਮੈਂ ਤੇਰੇ ਕੋਲ ਲੈ ਕੇ ਆਇਆ ਤੈਨੂੰ ਫੜਾਤੇ। ਮੈਂ ਉਹਨਾਂ ਦੇ ਵਿੱਚ ਵੀ ਕੋਈ ਚੋਰੀ ਨਹੀਂ ਕੀਤੀ ਹੈਗੀ। ਹਾਂਜੀ ਅੱਗੇ उसको मैं तेरे पास ना लाता था, उसकी हानि मैं ही उठाता था। ਕਹਿੰਦਾ ਉਹਦੀ ਵੀ ਹਾਨੀ ਮੈਂ ਹੀ ਉਠਾਉਂਦਾ ਸੀ।
ਉਹ ਵੀ ਚੀਜ਼ਾਂ ਮੇਰੇ ਸਿਰੇ ਮੜ ਦਿੰਦਾ ਸੀ ਕਿ ਤੂੰ ਇਹਨੂੰ ਬਰਬਾਦ ਕਰ, ਤੂੰ ਹੀ ਇਹਨੂੰ ਭਰ, ਹਨਾ, ਤੂੰ ਹੀ ਨਹੀਂ ਕਰਦੇ ਭਰ। ਕਹਿੰਦਾ ਮੈਂ ਤੇਰਾ 20 ਸਾਲ ਤੱਕ ਕੀ ਕੀਤਾ, ਇੱਕ ਤਰ੍ਹਾਂ ਕਹਿ ਸਕਦਾ ਤੇਰਾ ਜ਼ੁਲਮ ਸਹਿਆ ਤੇਰਾ, ਹਨਾ, ਮੈਂ ਤੇਰੇ ਨਾਲ ਇਮਾਨਦਾਰ ਰਿਹਾ, ਤੇਰੇ ਨਾਲ ਵਫਾਦਾਰ ਰਿਹਾ, ਤੈਨੂੰ ਖੁਦਾ ਦੀਆਂ ਆਸ਼ੀਸ਼ਾਂ ਮੇਰੇ ਦੁਆਰਾ ਤੇਰੇ ਘਰ ਦੇ ਵਿੱਚ ਆਈਆਂ, ਕੋਈ ਤੇਰੇ ਘਰ 'ਚ ਗਰਭ ਨਹੀਂ ਗਿਰਿਆ ਬੱਕਰੀਆਂ ਨਾ ਕਿਸੇ ਭੇਡ ਦਾ। ਔਰ ਕਹਿੰਦਾ ਜਦੋਂ ਤੱਕ ਜਿਹੜੀਆਂ ਮਰ ਵੀ ਜਾਂਦੀਆਂ ਸੀਗੀਆਂ ਉਹ ਵੀ ਤੂੰ ਮੇਰੇ ਸਿਰੇ ਮੜ ਦਿੰਦਾ ਸੀਗਾ, ਹਨਾ, ਉਹ ਵੀ ਮੇਰੇ ਸਿਰੇ ਮੜ ਦਿੰਦਾ ਸੀ। ਹਾਂਜੀ ਅੱਗੇ, चाहे दिन को चोरी जाता चाहे रात को, ਚਾਹੇ ਦਿਨ ਨੂੰ ਮੈਂ ਚੋਰੀ ਚਾਹੇ ਰਾਤ ਨੂੰ ਕਹਿੰਦਾ ਜਾਂਦਾ ਸੀ। ਹਾਂਜੀ, तू मुझी से उसको ले लेता था। ਕਹਿੰਦਾ ਤੂੰ ਮੇਤੋਂ ਹੀ ਲੈਂਦਾ ਸੀ ਜੋ ਚੀਜ਼ਾਂ, ਚਾਹੇ ਮਰ ਜਾਂਦੀਆਂ ਸੀਗੀਆਂ ਭੇਡਾਂ ਬੱਕਰੀਆਂ ਤੇਰੀ ਕੋਈ ਜੰਗਲੀ ਜਾਨਵਰ ਖਾਂਦਾ ਸੀ, ਉਹ ਤੋਂ ਕਿੱਥੋਂ ਲੈਂਦਾ ਸੀ, ਤੂੰ ਮੇਤੋਂ ਵਸੂਲਦਾ ਸੀ, ਹਨਾ। ਹਾਲਾਂਕਿ ਮੇਰਾ ਕੋਈ ਕਸੂਰ ਨਹੀਂ ਸੀ ਪਰ ਤੂੰ ਮੇਤੋਂ ਹੀ ਵਸੂਲਦਾ ਹੁੰਦਾ ਸੀ। ਹਾਂਜੀ, मेरी तो यह दशा थी कि दिन को तो घाम और रात को पाला मुझे खा गया। ਕਹਿੰਦਾ ਮੇਰੀ ਤਾਂ ਇਹੋ ਜੀ ਦਸ਼ਾ ਸੀ। ਤੇਰੇ ਕੋਲ ਕੀ ਲਿਖਿਆ? दिन को तो घाम और रात को पाला मुझे खा ਪੰਜਾਬੀ ਚ ਲਿਖਿਆ, ਧਿਆਨ ਨਾਲ ਪੜ੍ਹੀਏ। मैंने धूप और रात्रि वाले मैनू खा लिए। ਕਹਿੰਦਾ ਮੇਰੀ ਤਾਂ ਤੇਰੇ ਕੋਲ ਐਦਾਂ ਦੀ ਹਾਲਤ ਸੀ ਕਿ ਦਿਨੇ ਮੈਨੂੰ ਧੁੱਪ ਨੇ ਪੂਰੀ ਤਰ੍ਹਾਂ ਮਾਰਿਆ ਔਰ ਰਾਤ ਨੂੰ ਮੈਨੂੰ ਠੰਡ ਨੇ ਬੜਾ ਸਤਾਇਆ। ਕਹਿੰਦਾ ਤੂੰ ਮੇਰੀ ਸੁਧੀ ਤੱਕ ਨਹੀਂ ਸੀ ਲੈਂਦਾ, ਹਨਾ, ਤੂੰ ਮੇਰੀ ਸੁਧੀ ਤੱਕ ਨਹੀਂ ਸੀ ਲੈਂਦਾ, ਮੇਰੀ ਤੂੰ ਖਬਰ ਤੱਕ ਨਹੀਂ ਸੀ ਲੈਂਦਾ। ਮੈਂ ਏਦਾਂ ਦੇ ਦਿਨ ਕੱਟੇ ਤੇਰੇ ਕੋਲ, ਹਾਲੇਲੂਇਆ। ਕਹਿੰਦਾ ਮੈਂ ਏਦਾਂ ਦੇ ਦਿਨ ਤੇਰੇ ਕੋਲ ਕੱਟੇ ਆ ਜਦ ਮੈਂ ਦਿਨ ਨੂੰ ਧੁੱਪ ਦੇ ਵਿੱਚ ਛੱਡਦਾ ਸੀਗਾ ਔਰ ਰਾਤ ਨੂੰ ਮੈਂ ਠੰਡ ਦੇ ਵਿੱਚ ਤਪਾਉਂਦੀ ਠੰਡ ਵਿੱਚ ਰਹਿੰਦਾ ਸੀਗਾ। ਹਾਂਜੀ, और नींद मेरी आंखों से भाग जाती थी। ਕਹਿੰਦਾ ਮੇਰੀ ਨੀਂਦ ਵੀ ਮੇਰੇ ਅੱਖਾਂ 'ਚ ਨਹੀਂ ਸੀ ਆਉਂਦੀ, ਮੈਂ ਕਈ ਦਿਨਾਂ ਤੱਕ ਉਣੀਂਦਾ ਰਿਹਾ ਤੇਰੇ ਕੋਲ। ਹਾਂਜੀ, 20 वर्ष तक मैं तेरे घर में रहा। 14 वर्ष तो मैंने तेरी दोनों बेटियों के लिए और 6 वर्ष तेरी भेड़ बकरियों के लिए सेवा की। और तूने मेरी मजदूरी को 10 बार बदल डाला। ਕਹਿੰਦਾ ਤੂੰ ਮੇਰੀ ਮਜ਼ਦੂਰੀ ਨੂੰ 10 ਵਾਰ ਬਦਲਿਆ, ਜਿਹੜੀ ਮੈਂ ਤੇਰੇ ਘਰ 'ਚ ਮਿਹਨਤ ਕਰਦਾ ਸੀ ਉਹਨੂੰ 10 ਵਾਰ ਬਦਲਿਆ। ਨਹੀਂ ਤੈਨੂੰ ਏਦਾਂ ਹੋ ਗਿਆ ਤਾਂ ਤੈਨੂੰ ਏਦਾਂ ਬੱਚੇ ਮਿਲੂਗੇ, ਤੈਨੂੰ ਏਦਾਂ ਹੋ ਗਿਆ ਤਾਂ ਤੇਰੀ ਸੰਪਤੀ ਤੈਨੂੰ ਏਦਾਂ ਮਿਲੂਗੀ, ਹੈ ਨਾ। ਕਦੇ ਕਹਿੰਦੇ ਜੇ ਬੱਕਰੀਆਂ ਚਿੱਟੀ ਵਾਲੇ ਧਾਰੀ ਵਾਲੇ ਕੋਈ ਬੱਚੇ ਦੇਣਗੇ ਤੇਰੇ ਤਾਂ ਹੋਗੇ ਸੰਤਾਨ ਉਹਨਾਂ ਦੇ, ਉਹ ਬੱਚੇ ਤੇਰੇ ਹੋਗੇ। ਜੇ ਕੋਈ ਤੇਰੀਆਂ ਬੱਕਰੀਆਂ ਕਾਲੇ ਬੱਚੇ ਦੋਗੇ ਫਿਰ ਤੇਰੇ ਹੋਗੇ ਨਾ। ਏਦਾਂ ਜੇ ਕੰਡੀਸ਼ਨਾਂ ਰੱਖੀਆਂ, ਕਹਿੰਦਾ ਤੂੰ 10 ਵਾਰ ਮੇਰੀ ਮਜ਼ਦੂਰੀ ਨੂੰ ਕੀ ਕੀਤਾ? ਕਿੰਨੀ ਵਾਰ? ਕਿੰਨੀ ਵਾਰ? ਤੁਹਾਡੀ ਆਵਾਜ਼ ਥੋੜੀ ਉੱਚੀ ਹੋਵੇ। ਕਿੰਨੀ ਵਾਰ? 10 बार। 10 ਵਾਰ। ਹਾਂਜੀ ਅੱਗੇ ਦੇਖੀਏ। मेरे पिता का परमेश्वर अर्थात अब्राहम का परमेश्वर, हाँ जी। जिसका मैं इसहाक भी मानता है, यदि मेरी ओर ना होता तो निश्चय तू अब मुझे झूठे हाथ डाले देता। कहता अगर मेरे पूर्वजों का परमेश्वर, मेरे अब्राहम मेरे दादे का परमेश्वर और जिहड़ा परमेश्वर मेरे पिता का परमेश्वर भी सीगा, मेरे इसहाक का पिता जिहड़ा मेरा पिता सी इसहाक, ओदा जिहड़ा परमेश्वर सीगा, अगर तैनूं की ना करदा, की लिखिया? कहना अगर मेरे नाल ना होता तू मैंने कुछ भी नहीं जान ना देता। तेरा सुभाव इदां दा है, इन्ना तू लालची बंदा है, तू एक चीज भी अपनी घरों लियाण ना दिंदा। जितना दा तू मेरे नाल तू बर्ताव कीता 20 सालां दे विच, धुप्पे मैं सड़दा रहा, रात नूं मैं ठंड च कप पाउंदी च मैं ठरदा रहा, तू मेरी सार नहीं लई। इत्थे तक बकरियां तेरे भेडां चारदा, जे मर भी जांदी सी किहदे पल्ले लैंदा सी? मेरे पल्ले लैंदा सी ना। तू मुझे हिसाब दा दे, मैं तो ਉਹਦਾ ਹਿਸਾਬ ਦਾ ਲੈ ਕੇ ਮੇਰੇ ਪੱਲੇ ਲੈਂਦਾ ਸੀ ਚੀਜ਼ਾਂ ਵਾਲੀਆਂ। ਕਹਿੰਦਾ ਅਗਰ ਮੇਰਾ ਪਰਮੇਸ਼ਵਰ ਮੇਰੇ ਨਾਲ ਨਾ ਹੁੰਦਾ, ਮੇਰੇ ਬਾਪ ਦਾ ਪਰਮੇਸ਼ਵਰ ਮੇਰੇ ਨਾਲ ਹੁੰਦਾ ਤਾਂ ਤੂੰ ਮੈਨੂੰ ਖਾਲੀ ਹੱਥ ਜਾਣ ਦਿੰਦਾ, ਤੂੰ ਮੈਨੂੰ ਕੋਈ ਚੀਜ਼ ਲਿਆਣ ਨਾ ਦਿੰਦਾ। ਹਾਲੇਲੂਇਆ। ਸੁਣੋ ਧਿਆਨ ਨਾਲ ਕੀ ਲਿਖਿਆ। ਕਹਿੰਦਾ ਮੇਰੇ दुख और मेरे हाथों के परिश्रम को देखकर परमेश्वर ने बीती हुई रात में मुझे डांटा। ਹਾਲੇਲੂਇਆ। ਕਹਿੰਦਾ ਮੇਰੇ ਦੁੱਖਾਂ ਅਤੇ ਮੇਰੇ ਹੱਥਾਂ ਦੇ ਕੰਮਾਂ ਨੂੰ ਦੇਖ ਕੇ ਮੇਰੇ ਪਰਮੇਸ਼ਵਰ ਨੇ ਕੀ ਕੀਤਾ? ਮੇਰੇ ਦੁੱਖਾਂ ਤੇ ਮੇਰੇ ਹੱਥਾਂ ਦੇ ਕੰਮਾਂ ਨੂੰ, ਸੁਣੋ ਧਿਆਨ ਨਾਲ ਕੀ ਲਿਖਿਆ, ਮੇਰੇ ਦੁੱਖਾਂ ਤੇ ਮੇਰੇ ਹੱਥਾਂ ਦੇ ਕੰਮਾਂ ਨੂੰ ਦੇਖ ਕੇ ਕੀ ਕੀਤਾ? ਪਰਮੇਸ਼ਵਰ ਨੇ ਤੈਨੂੰ ਡਾਂਟਿਆ ਕਿ ਮੈਂ ਤੇਰੇ ਨਾਲ ਵਫਾਦਾਰ ਸੀ ਪਰ ਤੂੰ ਮੇਰੇ ਨਾਲ ਕਦੇ ਵਫਾਦਾਰੀ ਨਹੀਂ ਦਿਖਾਈ। ਹਾਲੇਲੂਇਆ, ਹਾਲੇਲੂਇਆ। ਉਹ ਕਹਿਣਾ ਚਾਹੁੰਦਾ ਸੀ, ਕਹਿੰਦਾ ਮੈਂ ਦੁੱਖਾਂ 'ਚ ਸੀਗਾ, ਮੁਸੀਬਤਾਂ 'ਚ ਸੀਗਾ, ਪਰ ਮੇਰਾ ਪਰਮੇਸ਼ਵਰ ਮੈਨੂੰ ਕੀ ਕਰ ਰਿਹਾ ਸੀਗਾ? ਦੇਖ ਰਿਹਾ ਸੀ। ਹਾਲੇਲੂਇਆ, ਹਾਲੇਲੂਇਆ। मैं प्रॉब्लम ਦੇ ਵਿੱਚ ਸੀਗਾ, ਹਮੇਸ਼ਾ ਤੜਫਦਾ ਰਿਹਾ, ਇੱਕ ਆਸਰੇ ਦੇ ਲਈ ਤੂੰ ਆਸਰਾ ਨਹੀਂ ਦਿੱਤਾ। ਮੈਂ 20 ਸਾਲ ਤੇਰੇ ਘਰ ਦੇ ਵਿੱਚ ਰਿਹਾ, ਤੂੰ ਹਮੇਸ਼ਾ ਮੇਰੇ ਤੇ ਵਿਪਤੀਆਂ ਢਾਉਂਦਾ ਰਿਹਾ, ਪਰ ਮੇਰਾ ਪਰਮੇਸ਼ਵਰ ਮੈਨੂੰ ਦੇਖ ਰਿਹਾ ਸੀ। ਹਾਲੇਲੂਇਆ। ਮੇਰਾ ਪਰਮੇਸ਼ਵਰ ਮੈਨੂੰ ਦੇਖ ਰਿਹਾ ਸੀ। ਹਾਲੇਲੂਇਆ। ਹੋਰ ਕੋਈ ਨਾ ਦੇਖੇ ਨਾ ਦੇਖੇ, ਤੂੰ ਨਹੀਂ ਦੇਖਿਆ ਕੋਈ ਟੈਨਸ਼ਨ ਨਹੀਂ, ਪਰ ਮੇਰਾ ਪਰਮੇਸ਼ਵਰ ਦੇਖ ਰਿਹਾ ਸੀ। ਹਾਲੇਲੂਇਆ। ਪਰ ਹੁਣ ਮੈਨੂੰ ਖੁਦਾ ਨੇ ਛੁਡਾਇਆ, ਮੈਨੂੰ ਪਰਮੇਸ਼ਵਰ ਨੇ ਆਜ਼ਾਦ ਕੀਤਾ। ਹਾਲੇਲੂਇਆ।
हर वेले खुदा मेरे नाल नाल रहा। हालेलुया हालेलुया। ਉੱਚੀ ਆਵਾਜ਼ ਨਾਲ ਬੋਲਾਂਗੇ ਹਾਲੇਲੂਇਆ। ਉਹ ਪਰਮੇਸ਼ਵਰ ਜਦੋਂ ਮੇਰੀ ਦੁੱਖਾਂ ਦੇ ਵਿੱਚ ਮੇਰੀ ਸਾਥ ਲੈ ਰਿਹਾ ਸੀਗਾ, ਮੈਂ ਦੇਖਦਾ ਸੀ ਕਿ ਮੈਂ ਪੀੜਾ ਦੇ ਵਿੱਚ ਹਮੇਸ਼ਾ ਚੱਲ ਰਿਹਾ, ਪਰ ਮੈਨੂੰ ਉਹ ਕਰ ਰਿਹਾ, ਉਹ ਮੈਨੂੰ ਕੀ ਕਰ ਰਿਹਾ ਸੀ, ਦੇਖ ਰਿਹਾ ਸੀ। ਉਹ ਮੈਨੂੰ ਕਰ ਰਿਹਾ ਸੀਗਾ, ਦੇਖ ਰਿਹਾ ਸੀਗਾ। ਸੁਣੋ ਧਿਆਨ ਦੇ ਨਾਲ, ਅੱਜ ਅਗਰ ਤੁਸੀਂ ਪ੍ਰੀਖਿਆ ਨਹੀਂ ਕਰਦੇ, ਅੱਜ ਪ੍ਰਭੂ 'ਚ ਮਿਹਨਤ ਨਹੀਂ ਕਰਦੇ, ਪ੍ਰਭੂ ਦੇ 'ਚ ਹੋ ਕੇ ਵੀ ਅਗਰ ਤੁਸੀਂ ਕੁੜਕੁੜਾਉਂਦੇ ਹੋ, ਤਾਂ ਤੁਸੀਂ ਕਦੇ ਪ੍ਰਭੂ ਦੇ ਕੋਲ ਉਹੋ ਜਿਹਾ ਪ੍ਰੇਮ ਨਹੀਂ ਪਾ ਸਕਦੇ ਜਿਹੋ ਜਿਹਾ ਹੁਣ ਆਪਾਂ ਇੱਥੇ ਗੱਲ ਪੜ ਰਹੇ ਹਾਂ ਇਹਦੇ ਬਾਰੇ, ਆਪਾਂ ਸਮਝ ਰਹੇ ਹਾਂ। ਹਾਲੇਲੂਇਆ। ਸੁਣੋ ਧਿਆਨ ਨਾਲ, ਪਹਿਲੀ ਗੱਲ, ਜਦੋਂ ਬਾਈਬਲ 'ਚ ਲਿਖਿਆ ਹੈ ਇਸਹਾਕ ਦੇ ਕੋਲੋਂ ਯਾਕੂਬ ਨੇ ਆਸ਼ੀਸ਼ਾਂ ਲਈਆਂ, ਤਾਂ ਕਿੱਦਾਂ ਲਈ, ਕਿਸ ਨੂੰ ਪਤਾ ਹੈ ਕਿਹਦੇ ਕਹਿਣ ਤੇ ਲਈਆਂ ਸੀ? ਵੈਰੀ ਗੁੱਡ, ਆਪਣੀ ਮਾਂ ਦੇ ਕਹਿਣ ਤੇ ਨਾ ਲਿਖਿਆ, ਆਪਣੀ ਮਾਂ ਦੇ ਕਹਿਣ ਦੇ ਉੱਪਰ ਕੀਤਾ ਨੇ ਆਸ਼ੀਸ਼ਾਂ ਲਈਆਂ। ਉਹਦੀ ਮਾਂ ਨੇ ਧੋਖੇ ਦੇ ਨਾਲ ਯਾਕੂਬ ਨੇ ਕੀਤਾ, ਇਸਾਓ ਦੀ ਥਾਂ ਤੇ ਇਸਹਾਕ ਦੇ ਕੋਲ ਭੇਜ ਦਿੱਤਾ, ਹਨਾ। ਉਹਦੇ ਗੁਣਦਾਰ ਕੱਪੜੇ ਪਵਾਤੇ, ਹਨਾ। ਔਰ ਲਿਖਿਆ ਵਚਨ 'ਚ ਉਹਨੂੰ ਮਾਸ ਭੁੰਨ ਕੇ ਦਿੱਤਾ ਹੱਥ 'ਚ, ਕਹਿੰਦੇ ਲੈ ਵੀ ਤੂੰ ਆਪਣੇ ਪਿਤਾ ਦੇ ਕੋਲ ਜਾ ਕੇ ਆਸ਼ੀਸ਼ਾਂ ਲੈ ਲੈ ਧੋਖੇ ਨਾਲ। ਸੋਚ ਕੇ ਦੇਖੀਏ, ਇਹੀ ਯਾਕੂਬ ਸੀਗਾ ਜਿਹਦਾ ਪਰਮੇਸ਼ਵਰ ਪਹਿਲਾਂ ਦੀ ਮਾਂ ਸੀ। ਇਹੀ ਯਾਕੂਬ ਸੀ ਜਿਹਦਾ ਪਰਮੇਸ਼ਵਰ ਪਹਿਲਾਂ ਉਹਦੀ ਮਾਂ ਸੀ, ਹਰ ਗੱਲ ਆਪਣੀ ਮਾਂ ਦੀ ਮੰਨਦਾ ਹੁੰਦਾ ਸੀ ਇਹ ਯਾਕੂਬ। ਪਰ ਹੁਣ ਇੱਥੇ ਕੀ ਬੋਲਦਾ, ਕਹਿੰਦਾ ਮੇਰੇ ਪਿਤਾ ਦੇ ਪਰਮੇਸ਼ਵਰ ਨੇ ਕੀਤਾ, ਜੇ ਮੇਰੇ ਪਿਤਾ ਦਾ ਪਰਮੇਸ਼ਵਰ ਮੇਰੇ ਨਾਲ ਨਾ ਹੁੰਦਾ ਤੂੰ ਮੈਨੂੰ ਖਾਲੀ ਹੱਥ ਭੇਜਦਾ। ਹੁਣ ਇਹਦਾ ਭਰੋਸਾ ਕਿਹਦੇ ਉੱਪਰ ਹੋਣ ਲੱਗ ਪਿਆ? ਆਪਣੇ ਪਿਤਾ ਦੇ ਪਰਮੇਸ਼ਵਰ ਦੇ ਉੱਪਰ। ਹਾਲੇਲੂਇਆ ਹਾਲੇਲੂਇਆ। ਉਹਨੂੰ ਪਤਾ ਕਿ ਮੈਂ ਅਗਰ ਇਸ ਥਾਂ ਤੇ ਜ਼ਿੰਦਾ ਹਾਂ ਜਾਂ ਮੈਂ ਆਸ਼ੀਸ਼ਿਤ ਹਾਂ ਤਾਂ ਕਿਹਦੀ ਬਦੌਲਤ? ਆਪਣੇ ਪਰਮੇਸ਼ਵਰ ਦੀ, ਆਪਣੇ ਪਿਤਾ ਦੇ ਪਰਮੇਸ਼ਵਰ ਦੀ। ਹਾਲੇਲੂਇਆ। ਜਿਹੜਾ ਹੁਣ ਮੇਰਾ ਵੀ ਪਿਤਾ ਕਹਿਲਾਏਗਾ, ਮੇਰਾ ਪਰਮੇਸ਼ਵਰ ਕਹਿਲਾਏਗਾ। ਹਾਲੇਲੂਇਆ ਹਾਲੇਲੂਇਆ। ਮੈਨੂੰ ਪਤਾ ਚਾਹੇ ਤੁਹਾਡੇ ਦੁੱਖ, ਤੁਸੀਂ ਤਕਲੀਫਾਂ ਦੇ ਵਿੱਚੋਂ ਕਿਉਂ ਨਾ ਲੰਘਦੇ ਹੋ, ਲੇਕਿਨ ਪਰਮੇਸ਼ਵਰ ਕੀ ਕਰਦਾ? ਦੇਖਦਾ ਹੈ। ਉਹ ਕਹਿੰਦਾ ਚਾਹੇ ਮੈਂ ਦੁੱਖਾਂ ਦੇ ਵਿੱਚ ਨਹੀਂ ਹਾਂ, ਮੈਂ ਕਹਿੰਦਾ ਜਿੱਦਾਂ ਦੇ ਹੱਥਾਂ ਦੇ ਆਪਣੇ ਕੰਮ ਕੀਤੇ, ਜਾਂ ਮੈਂ ਕਿਸੇ ਨੂੰ ਕੁਝ ਬੋਲਿਆ, ਤੇਰੇ ਨਾਲ ਜੋ ਵੀ ਮੈਂ ਸਮਾਂ ਬਿਤਾਇਆ ਔਰ ਤੇਰੇ ਨਾਲ ਜਿੱਦਾਂ ਦਾ ਮੈਂ ਵਿਵਹਾਰ ਕੀਤਾ, ਮੇਰੇ ਪਰਮੇਸ਼ਵਰ ਕੀ ਕੀਤਾ? ਦੇਖਿਆ। ਔਰ ਰਾਤ ਹੀ ਤੇਰੇ ਸੁਪਨੇ ਵਿੱਚ ਆ ਕੇ ਤੈਨੂੰ ਕੀਤਾ ਨੇ ਡਾਂਟਿਆ। ਕਹਿੰਦਾ ਯਾਕੂਬ ਨੇ ਕੁਛ ਨਾ ਕਹੀ। ਹਾਲੇਲੂਇਆ। ਯਾਕੂਬ ਨੇ ਕੁਛ ਨਾ ਕਹੀ, ਨਾ ਤਾਂ ਉਹਨੂੰ ਭਲਾ ਕਹੀ, ਨਾ ਤਾਂ ਉਹਨੂੰ ਬੁਰਾ ਕਹੀ। ਸੋਚ ਕੇ ਦੇਖੀ, ਖੁਦਾ ਆਪਣੇ ਬੱਚੇ ਨੂੰ ਹੱਥ ਤੱਕ ਵੀ ਲਾਣ ਨਹੀਂ ਦਿੰਦਾ। ਹਾਲੇਲੂਇਆ ਹਾਲੇਲੂਇਆ। ਖੁਦਾ ਆਪਣੇ ਬੱਚੇ ਨੂੰ ਹੱਥ ਤੱਕ ਵੀ ਲਾਣ ਨਹੀਂ ਦਿੰਦਾ। ਪਰ ਉਸ ਤੋਂ ਪਹਿਲਾਂ ਸਾਨੂੰ ਦੁੱਖਾਂ ਦੇ ਵਿੱਚ ਵੀ ਖੁਦਾ ਦੇ ਨਾਲ ਚੱਲਣਾ ਪੈਂਦਾ। ਕਈ ਵਾਰ ਸਾਨੂੰ ਪ੍ਰੋਬਲਮਾਂ ਦੇ ਵਿੱਚ ਲੰਘਣਾ ਪੈਂਦਾ, ਪਰਮੇਸ਼ਵਰ ਦੇ ਨਾਲ ਹਮੇਸ਼ਾ ਸਥਿਰ ਰਹਿਣਾ ਪੈਂਦਾ। लेकिन कई बार सोचते हैं कि परमेश्वर तू मेरा ये कर रहे हैं, तो प्रभु मेरी आवाज नहीं सुन रहा है, प्रभु तू मेरी प्रार्थना नहीं सुन रहा है, पीछे हट जाते हैं। सोचो, खुदा का वचन कहता है, परमेश्वर का वचन कहता है, हर एक व्यक्ति जिन्हें तुसी पढ़ते हो, जिन्हें तुसी देखते हो, बाइबल में लिखा है, दानियल नबी के बारे जानते हो? दानियल बाइबल में जिन्ना टाइम वो शेरां दे घोरने च सुट्टिया नहीं गया, उन्ना टाइम उन्हें अपनी जिंदगी च उस चमत्कार में देखा कि शेरां दे मुंह बंद हो गए। हालेलुया हालेलुया। इजरायली लोग जेड़े सके मिस्र की गुलामी विचों निकल के आए, और परमेश्वर का वचन कहता है मोरे लाल समुद्र से पीछे फिरौन दी सेना जब मुसीबत च पे, खुदा ने उन्होंने की कीता? मुसीबत चो आजाद कीता। हालेलुया हालेलुया। सदर का बेशक बेदन को उन्होंने जल दी अग दी पट्टी सीगी, जिन्ना टाइम बाहर सी खुदा की सीगा चुप सी, खुदा की सी चुप सीगा, लेकिन जदों अंदर गए खुदा ने उन्होंने आजाद कीता, छुड़ाया। हालेलुया। जदों ही दुखां दे विच गए, जदों मुसीबतां च गए, प्रॉब्लम च गए, परमेश्वर ने आजाद किया। जदों बाहर सी परमेश्वर चुप सी, जदों बाहर सी परमेश्वर चुप सीगा। हालेलुया। लेकिन जदों खुदा अपने हिसाब दे नाल बोलदा है, जां अपने हिसाब दे नाल परमेश्वर काम करदा है, तां खुदा जदों चमत्कार करदा तां दूजियां दी अखां खोलियां रह जांदियां। हालेलुया। दूसरे व्यक्तियां दी अखां की हो जांदियां? खुलियां रहंदी कि हो किद्दां गया। मैंने पता लाबान ਜਦੋਂ ਵੀ ਉਹਦੇ ਨਾਲ ਬਾਰ-ਬਾਰ ਸੌਦਾ ਬਦਲਦਾ ਸੀਗਾ, ਜਦ ਵੀ ਉਹਦੀ ਮਜ਼ਦੂਰੀ ਬਦਲਦਾ ਸੀਗਾ, ਜਦੋਂ ਉਹਨੂੰ ਕਹਿੰਦਾ ਸੀ ਧਾਰੀ ਵਾਲੇ ਬੱਚੇ ਜਦ ਤੇਰੇ ਹੋਣਗੇ ਬੱਕਰੀਆਂ ਦੇ ਤਾਂ ਉਹ ਤੇਰੇ ਹੋਣਗੇ, ਤਾਂ ਬੱਕਰੀਆਂ ਉਸ ਟਾਈਮ ਧਾਰੀ ਵਾਲੇ ਬੱਚੇ ਨਹੀਂ ਸੀ ਦਿੰਦੀਆਂ। ਸਮਝ ਲੱਗੀ? ਧਾਰੀ ਵਾਲੇ ਬੱਚੇ ਨਹੀਂ ਸੀ ਦਿੰਦੀਆਂ, ਡੱਬ ਖੜਾਵੇ ਬੱਚੇ ਨਹੀਂ ਸੀ ਦਿੰਦੀਆਂ। ਪਰਮੇਸ਼ਰ ਨੂੰ ਕਿਹਾ, ਕਹਿੰਦਾ ਤੂੰ ਕੀ ਕਰਦੇ? ਪਾਣੀ ਵਿੱਚ ਕਰਦੇ, ਲੱਕੜਾਂ ਨੂੰ ਛਿਲ ਕੇ ਰੱਖ ਦੇ, ਉਹਦੀਆਂ ਛਿਲਤਾਂ ਉੱਪਰ ਲਾ ਕੇ ਰੱਖ ਦੇ। ਜਦ ਬੱਕਰੀਆਂ ਜਿਹੜੀਆਂ ਗਰਭਵਤੀ ਹੋਣਗੀਆਂ, ਇਹਨਾਂ ਪਾਣੀ ਪੀਣ ਦੇ ਲਈ ਇੱਥੇ ਆਣਗੀਆਂ, ਔਰ ਇਸ ਧਾਰੀਆਂ ਨੂੰ ਦੇਖਣਗੀਆਂ ਤਾਂ ਉਹ ਬੱਚੇ ਕਿੱਦਾਂ ਜਨਮਣਗੀਆਂ? ਧਾਰੀ ਵਾਲੇ ਬੱਚੇ। ਹਾਲੇਲੂਇਆ। ਪਰਮੇਸ਼ਰ ਬਾਰ-ਬਾਰ ਉਹਦੀ ਸਹਾਇਤਾ ਕਰਦਾ ਰਿਹਾ ਤਾਂ ਕਿ ਉਹਦੀ ਮਜ਼ਦੂਰੀ ਨੂੰ ਮਿਲੇ, ਤਾਂ ਕਿ ਉਹਦੀ ਮਜ਼ਦੂਰੀ ਨੂੰ, ਜੋ ਦੁੱਖ ਕੱਟ ਰਿਹਾ, ਜੋ ਪ੍ਰੀਖਿਆ ਕਰ ਰਿਹਾ, ਉਹਦੀ ਮਜ਼ਦੂਰੀ ਨੂੰ ਪਰਮੇਸ਼ਰ ਹਰ ਵਾਰ ਉਹਦੇ ਲਈ ਇੰਤਜ਼ਾਮ ਕਰਦਾ ਰਿਹਾ। ਹਾਲੇਲੂਇਆ ਹਾਲੇਲੂਇਆ। लेकिन पहला सानू
ਦੁੱਖਾਂ ਦੇ ਵਿੱਚ ਵੀ ਖੁਦਾ ਦੇ ਨਾਲ ਵਫਾਦਾਰ ਰਹਿਣ ਦੀ ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਉਹੀ ਬੰਦਾ ਵੱਡੇ ਕੰਮਾਂ ਨੂੰ ਆਪਣੀ ਜ਼ਿੰਦਗੀ 'ਚ ਦੇਗਾ ਜਿਹੜਾ ਖੁਦਾ ਦੇ ਨਾਲ ਦੁੱਖਾਂ ਵਿੱਚ ਸਥਿਰ ਰਹਿੰਦਾ। ਹਾਲੇਲੂਇਆ। ਉਹੀ ਬੰਦਾ ਆਪਣੀ ਜ਼ਿੰਦਗੀ 'ਚ ਵੱਡੇ ਕੰਮਾਂ ਨੂੰ ਦੇਖਦਾ ਜਿਹੜਾ ਪਰੇਸ਼ਾਨੀਆਂ ਦੇ ਵਿੱਚ ਹੋ ਕੇ ਕਹਿੰਦਾ ਕੋਈ ਗੱਲ ਨਹੀਂ, ਮੈਂ ਸਬਰ ਰੱਖਦਾ, ਖੁਦਾ ਇੰਤਜ਼ਾਮ ਕਰੇਗਾ। ਮੇਰੇ ਘਰ 'ਚ ਫਾਈਨੈਂਸ਼ੀਅਲ ਪ੍ਰੋਬਲਮ ਹੈ, ਖੁਦਾ ਇੰਤਜ਼ਾਮ ਕਰੇਗਾ। ਮੈਨੂੰ ਪਤਾ ਨਹੀਂ ਮੇਰੇ ਘਰ 'ਚ ਕਿੱਥੋਂ ਪੈਸਾ ਆਵੇਗਾ ਕਿੱਥੋਂ ਨਹੀਂ, ਲੇਕਿਨ ਖੁਦਾ ਇੰਤਜ਼ਾਮ ਕਰੇਗਾ। ਹਾਲੇਲੂਇਆ। ਅੱਜ ਘਰ 'ਚ ਸ਼ਾਇਦ ਰੋਟੀ ਤੱਕ ਦੇ ਲਾਲੇ ਪੈ ਗਏ, ਲੇਕਿਨ ਪਰਮੇਸ਼ਰ ਇੰਤਜ਼ਾਮ ਕਰੇਗਾ। ਹਾਲੇਲੂਇਆ, ਹਾਲੇਲੂਇਆ। ਜਿਹੜਾ ਪਰਮੇਸ਼ਰ ਤੇ ਭਰੋਸਾ ਰੱਖਦਾ ਖੁਦਾ ਉਹਦਾ ਇੰਤਜ਼ਾਮ ਕਰਨ ਵਾਲਾ ਖੁਦਾ ਹੈ। ਹਾਲੇਲੂਇਆ, ਹਾਲੇਲੂਇਆ। ਸਮਝ ਲੈ ਗੱਲ ਨੂੰ, सोच के देखिए दानियल नबी जिन्हों कह रहे सी कहते की कर तू प्रार्थना ना कर, की कर तू राजे में अपनी अरदास रख, राजे में अपनी जो प्रार्थना करनी कर। और वचन लिखा वो फिर भी खुदा दे घुटने टेक के प्रार्थना कर रहा है परमेश्वर मैं तेरा है। हालेलुया। और वचन लिखा शेरा ने घुटने सुटना चाहे उन्होंने सुट भी देता जब प्रॉब्लम दे जगह खुदा ने छुड़ा लिया। हालेलुया। ਉਹ ਜਦ ਆਪਣਾ ਵਫਾਦਾਰੀ ਵਾਲਾ ਜੀਵਨ ਦਿਖਾ ਰਿਹਾ ਸੀ, ਖੁਦਾ ਦੇ ਨਾਲੋਂ ਮੈਂ ਟੁੱਟਣਾ ਨਹੀਂ, ਖੁਦਾ ਦੇ ਨਾਲੋਂ ਪਰੇ ਨਹੀਂ ਹੋਣਾ, ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਤੋਂ ਦੂਰ ਨਹੀਂ ਕਰਨਾ। ਔਰ ਜਦੋਂ ਉਹਨੇ ਇਹੋ ਜਿਹਾ ਆਪਣੀ ਜ਼ਿੰਦਗੀ ਨਿਸ਼ਚੈ ਰੱਖਿਆ ਸੀਗਾ ਔਰ ਖੁਦਾ ਨੇ ਉਹਨੂੰ ਉਹਨਾਂ ਮੁਸੀਬਤਾਂ ਚੋਂ ਛੁਡਾਇਆ ਜਿੱਥੇ ਦੂਜੇ ਬੰਦੇ ਕਦੇ ਬਚ ਕੇ ਨਹੀਂ ਆ ਸਕਦੇ ਸੀ। ਹਾਲੇਲੂਇਆ। ਸਦਰ ਕੇ ਮੇਸ਼ਕ ਅਬੇਦਨਗੋ ਦੀ ਜ਼ਿੰਦਗੀ ਸੁਣਿਆ ਸੀ ਕਦੇ ਜਲਦੀ ਆਪਣੀ ਪੱਠੀ ਚੋਂ ਬੰਦਾ ਬਾਹਰ ਨਿਕਲਿਆ ਹੋਵੇ? ਕਦੇ ਸੁਣਿਆ ਹੋਊਗਾ ਕਿਸੇ ਨੇ? ਨਹੀਂ ਸੁਣਿਆ ਸੀ। ਲੇਕਿਨ ਉਸ ਟਾਈਮ ਇਹੋ ਜਿਹਾ ਕੰਮ ਹੋਇਆ ਜਦੋਂ ਸਦਰਕ ਮੇਸ਼ਕ ਅਬੇਦਨਗੋ ਨੇ ਪਰਮੇਸ਼ਵਰ ਦੇ ਨਾਲ ਆਪਣਾ ਸੰਬੰਧ ਵਧੀਆ ਬਣਾ ਕੇ ਰੱਖਿਆ। ਹਾਲੇਲੂਇਆ। ਉਹ ਘਬਰਾਏ ਨਹੀਂ, ਉਹ ਡਰੇ ਨਹੀਂ ਕਿ ਪਰਮੇਸ਼ਵਰ ਪਹਿਲਾਂ ਤੂੰ ਸਾਡੀ ਜ਼ਿੰਦਗੀ 'ਚ ਇੰਨਾ ਕੁਝ ਕੀਤਾ, ਇੰਨੀ ਸਾਨੂੰ ਵਧੀਆ ਜ਼ਿੰਦਗੀ ਦਿੱਤੀ, ਲੇਕਿਨ ਹੁਣ ਸਾਡੇ ਮੂਹਰੇ ਮੌਤ ਆ ਗਈ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਅਗਰ ਮੌਤ ਵੀ ਆ ਗਈ ਤਾਂ ਇਹਨੂੰ ਸਹਿ ਲਵਾਂਗੇ। ਪਰਮੇਸ਼ਵਰ ਸਾਡਾ ਬਚਾਉਣ ਦੀ ਸਾਮਰਥ ਰੱਖਦਾ, ਅਗਰ ਨਾ ਵੀ ਬਚਾਵੇ ਸਾਡਾ ਪਰਮੇਸ਼ਵਰ ਉੱਠ ਜਾਏਗਾ। ਹਾਲੇਲੂਇਆ, ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੀ ਜ਼ਿੰਦਗੀ ਦੀ ਆਸ਼ੀਸ਼ ਨੂੰ ਬਹੁਤ ਨੇੜੇ। ਮੈਂ ਤੁਹਾਨੂੰ ਸੱਚ ਦੱਸਦਾ, ਜਦ ਤੁਹਾਡੀ ਜ਼ਿੰਦਗੀ 'ਚ ਕੋਈ ਦੁੱਖ ਆਉਂਦੇ ਆ, ਪ੍ਰੋਬਲਮ ਆਉਂਦੀ ਹੈ, ਇਹ ਨਾ ਸੋਚੀਏ ਕਿ ਤੁਹਾਨੂੰ ਖੁਦਾ ਨੇ ਇਕੱਲਾ ਛੱਡ ਦਿੱਤਾ, ਲੇਕਿਨ ਉਹ ਦੁੱਖ ਤੁਹਾਨੂੰ ਉੱਚਾ ਕਰਨ ਲਈ ਆਉਂਦੇ ਆ। ਹਾਲੇਲੂਇਆ। ਉਹ ਦੁੱਖ ਜਿਹੜੇ ਤੁਹਾਨੂੰ ਪਰਮੇਸ਼ਵਰ ਦੇ ਹੋਰ ਨਜ਼ਦੀਕ ਕਰਨ ਲਈ ਆਉਂਦੇ ਆ। ਆਸ਼ੀਸ਼ਾਂ ਦਾ ਬਿਲਕੁਲ ਨਜ਼ਦੀਕੀ ਦਾ ਕਦਮ ਹੈ ਦੁੱਖ। ਬਾਈਬਲ ਪਰਮੇਸ਼ਵਰ ਦਾ ਵਚਨ ਤਾਂ ਹੀ ਕਹਿੰਦਾ ਠੋਕਰਾਂ ਦਾ ਨਾਂ ਲੱਗਣਾ ਤਾਂ ਅਨਹੋਣਾ ਹੈ। ਠੋਕਰਾਂ ਜ਼ਿੰਦਗੀ 'ਚ ਲੱਗਦੀਆਂ ਹੀ ਰਹਿਣਗੀਆਂ, ਲੇਕਿਨ ਇਹ ਠੋਕਰਾਂ ਤੁਹਾਨੂੰ ਗਿਰਾਉਣ ਦੇ ਲਈ ਨਹੀਂ ਬਲਕਿ ਤੁਹਾਨੂੰ ਉੱਚਾ ਉਠਾਉਣ ਦੇ ਲਈ ਆਉਂਦੀਆਂ। ਹਾਲੇਲੂਇਆ। ਇਹ ਠੋਕਰਾਂ ਜਿਹੜੀ ਜ਼ਿੰਦਗੀ 'ਚ ਆਉਂਦੀਆਂ ਸਾਨੂੰ ਗਿਰਾਉਣ ਦੇ ਲਈ ਨਹੀਂ ਬਲਕਿ ਸਾਨੂੰ ਉੱਚਾ ਕਰਨ ਦੇ ਲਈ ਆਉਂਦੀਆਂ। ਸੋਚ ਕੇ ਦੇਖੋ ਯੂਸਫ ਜਿਹੜਾ ਵਿਅਕਤੀ ਸੀਗਾ, ਉਹਨੇ ਛੋਟੀ ਉਮਰ 'ਚ ਪਰਮੇਸ਼ਵਰ ਨੇ ਦਰਸ਼ਨ ਦਿੱਤਾ ਔਰ ਵਚਨ 'ਚ ਲਿਖਿਆ ਜਦ ਛੋਟੀ ਉਮਰ 'ਚ ਖੁਦਾ ਨੇ ਉਹਨੂੰ ਦਰਸ਼ਨ ਦਿੱਤਾ, ਆਪਣੇ ਬਾਪ ਤੋਂ ਵਿਛੜ ਗਿਆ। ਕਿਸੇ ਘਰ 'ਚ ਜਾ ਕੇ ਕਦੇ ਜ਼ਿੰਦਗੀ 'ਚ ਮੈਂ ਕਹਿੰਦਾ ਨਾ ਬੋਝ ਨਹੀਂ ਚੁੱਕਿਆ ਜਿੰਨਾ ਉਹਨੇ ਉਸ ਦੇਸ਼ ਉਸ ਨਗਰ 'ਚ ਜਾ ਕੇ ਚੁੱਕਿਆ है ना। कि झाड़ू पोछा सब लगाया उन्हें और कदे ने परमेश्वर ने नहीं किया कि परमेश्वर देख मेरे हालात को तू देख, कितने सी मैं कितने आ गया, की कितना खुदा तू कि वो परमेश्वर ने आज पहला मुझे दर्शन दिखा रहा है, मेरी सुनता भी नहीं। उन्हें खुदा ने कुछ नहीं किया, सिर्फ वो हमेशा प्रभु के नाल चलता रहा। दुखा च रहा, बाप तो जुदा, अपने भरावां तो जुदा, अपनी ऐश वाली जिंदगी चो, अपनी आराम वाली जिंदगी चो जुदा रहा। और लिखा वचन दे विच जब वो जेल दे विच गया, उन्होंने नहीं सी पता कि मेरा लास्ट ये प्रॉब्लम है, मेरी लास्ट दुख है मेरा। उन्होंने नहीं सी पता कि मेरा लास्ट दुख है ते जेल विच रहना। उन्होंने कौन मिले? दो थे, एक पिलाने हारा, एक रोटी जेड़ा पका के दिंदा सीगा, ਉਹ ਇੱਕ ਰੋਟੀ ਸਰਵ ਕਰਦਾ ਸੀ ਆਪਣੇ ਮਹਾਰਾਜੇ ਦੇ ਮੂਹਰੇ ਲੈ ਕੇ ਜਾਂਦਾ ਸੀਗਾ, ਔਰ ਉਹ ਮਿਲੇ। ਔਰ ਵਚਨ 'ਚ ਲਿਖਿਆ ਜਦੋਂ ਉਹਨੂੰ ਮਿਲੇ ਤਾਂ ਫਿਰ ਉਹਨੇ ਉਹਨਾਂ ਦੋਨਾਂ ਦੀਆਂ ਸੁਪਨਿਆਂ ਦਾ ਅਰਥ ਦੱਸਿਆ। ਔਰ ਜਦੋਂ ਪੂਰਾ ਹੋ ਗਿਆ ਇੱਕ ਸਮਾਂ ਆਇਆ ਜਦੋਂ ਉਹਨਾਂ ਨੇ ਯਾਦ ਕੀਤਾ और वचन का बाहर कटिया गया और उच्चा किया गया। हालेलुया, हालेलुया। ये दुख सानू गिराउण दे नहीं बल्कि उच्चा करन दे आउंदे आ। इन्हां दुखां दे विच पता लगदा कि साडा विश्वास प्रभु दे नाल कितना है। सुनो ध्यान दे नाल, तैनूं पता बाइबल च लिखिया परमेश्वर दा वचन कहंदा है खुदा ने महिमा रूपी धन साडे किथे रखिया? अंदर। महिमा रूपी धन किथे छुपा के रखिया परमेश्वर ने? किथे रखिया है? उसी बात ने बोला कितने रखे है। लेकिन महिमा रूपी धन उस टाइम दिखता जब बंदा टुटता है। ਜਦੋਂ ਬੰਦਾ ਟੁੱਟਦਾ ਹੈ ਉਹਦੇ ਜੀਵਨ ਚੋਂ ਕਿਹੋ ਜਿਹੀਆਂ ਗੱਲਾਂ ਨਿਕਲਦੀਆਂ ਉਹ ਦਰਸਾਉਂਦੀਆਂ ਕਿ ਪਰਮੇਸ਼ਵਰ ਦਾ ਬੰਦਾ ਹੈ ਜਾਂ ਫਿਰ ਅੱਜ ਵੀ ਸੰਸਾਰ ਦੇ ਨਾਲ ਜੁੜਿਆ ਹੋਇਆ ਬੰਦਾ ਹੈ। ਉਹਦਾ ਟੁੱਟਿਆ ਜੀਵਨ ਦਰਸਾਉਂਦਾ ਹੈ, ਉਸ ਟਾਈਮ ਦਿਖਾਉਂਦਾ ਹੈ ਉਸ ਟਾਈਮ ਕਿ ਇਹਦਾ ਜੀਵਨ ਕਿਹੋ ਜਿਹਾ ਹੈ, ਕਿ ਪਰਮੇਸ਼ਵਰ ਮਹਿਮਾ ਦੇਣ ਵਾਲਾ ਹੈ ਜਾਂ ਫਿਰ ਅੱਜ ਵੀ ਆਪਣੇ ਹਾਲਾਤਾਂ ਵਿੱਚ ਰਹਿ ਕੇ ਉਹੀ ਪਰਮੇਸ਼ਵਰ ਨੂੰ ਉਸ ਨਾਲ ਜੀਵਨ ਬਤੀਤ ਕਰ ਰਿਹਾ ਹੈ। समझ लगी? महिमा रूपी धन जेड़ा खुदा ने अंदर रखा है, जब टुटदा है बंदा धन उस टाइम नजर आता है। घड़ा जा टुटदा है फिर धन बाहर आता है ना। बर्तन जो टुटदा है तुसीं जो अपनी गोलक दे विच पैसे जोड़दे हो, ओनू कढदे, जो कढण दा कोई रास्ता नहीं तो फिर करदे ओनू
हाँ जी, और जब तोड़ दो फिर कहता है की हुंदा है विचों धन निकलदा है ना। और वचन च परमेश्वर का कलाम कहता है, कहना महिमा रूपी धन खुदा ने किथे रखा है साडे अंदर। हालेलुया। और परमेश्वर कई बार सानू टुटण दिंदा है ताकि पता लगे खुदा नु कि इहदे जीवन च की चल रहा है। हालांकि परमेश्वर जानता है, लेकिन परमेश्वर ये चीज़ा दर्शाना चाहता है, अगर तेरी जिंदगी च टुटते हुए भी मेरी महिमा निकलती है तो मैं तेरे नाल खड़ा बेटा बेटी। हालेलुया। मैं तेरी हमेशा सहायता करते रहे, तेरे नाल खड़ा हां। बाइबल च कहा याकूब नु परमेश्वर ने जो इथे छुड़ाया तो उन्हें की कहा लाबान याकूब नु ना तो चंगा बोली। हालेलुया। क्योंकि देखिया सी जदों दुखां सीगा, देखिया सी टुटिया होया सीगा, देखिया सी जदों ने परिश्रम कर रहा सीगा, जद देखिया सी नींदां उड़ियां, देखिया सी उन्हें जद ठंड ठोठर करदा सी, देखिया सी जद भेड्डां बकरे चार दिन गर्मी विच निकलदा सीगा। हालेलुया। उन्हें प्रभु ने ओदा परिश्रम देखिया और खुदा दा कलाम कहता है प्रभु ने उन्हें किता छुड़ाया, लाबान दे हत्थों छुड़ाया। एहो जे बंदे हत्थों जेड़ा एक पैसा भी उहदे छड्डण ते तैयार नहीं सी। हालेलुया। हालेलुया। और खुदा ने जब देखा कि अपना धन अपने नाल लेके जा रहा है और लाबान उन्हें पीछे पै के उधर खोण आ रहा सब कुछ। और वचन लिखा है लाबान को पहले परमेश्वर ने डांट दिता, मेरे बेटे नु याकूब नु ना तो बुरा कहीं ना आगे। हालेलुया। हालेलुया। समझ रहे हो? कई बार ऊंचा उठने लिए टुटना जरूरी होता है, कई बार ऊपर नु जाण दे लई थोड़ा थल्ले नु होना जरूरी होता है। कई बार परमेश्वर की आशीषां देखण दे लई सानू दुखां दे विच ते लगना जरूरी होता है। हालेलुया। लेकिन परमेश्वर हर हालात साडे नाल हुंदा है, कदे साडा साथ नहीं छड्डदा। हालेलुया। इसलिए हमेशा खुदा दे नाल बने रहिए और परमेश्वर तुहानू इस वचन द्वारा बहुत सारी आशीष और बरकत देवे। हालेलुया। हालेलुया। याद रखिए, आज अगर तुहाडा टुटा जीवन तुसीं आज समा इस तरह व्यतीत कर रहे हो कि तुहानू लगदा है कि तुहाडे नाल कोई भी नहीं है, कोई तुहाडे अगे पीछे तुहाडी साथ लेने वाला कोई नहीं है, लेकिन ये जान लो कि आज अगर खुदा है वो चुप है तो तुसीं जान ले तुहाडीआं आशीषां अगे की है तैयार ने, नेड़े ने। हालेलुया। तुसीं बिल्कुल करीब हुंदे हो उस टाइम आशीषां दे, जब तुसीं